गज मसीना दुआले ला दियां, नाले रोरियां नाले बीबियां ਜਿਹੜੇ ਗਹਿਣੇ ਸਣ ਫੜੇ ਵੇ ਉਹ ਗਾਰੇ ਚ ਤੁੰਨ ਹੀ ਗਏ ਨਾਲੇ ਰੋਂਦੇ ਆ ਵੀ ਅਸਾਂ ਤੇ ਹੁਣ ਮਰ ਜਾਣਾ ਘੜੀ ਨੂੰ ਪਲ ਨੂੰ। ਇੱਕ ਨਹਿਰ ਸਮਝ ਲਿਓ, ਉਹਦੇ ਕੰਢੇ 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 ਅਸੀਂ ਦਰਿਆ ਤੇ ਜਾ ਪੜੇ। ਉਹ ਦੇਵੀਗੜ੍ਹ ਵੱਜਦਾ ਸੀ, ਬੰਗਲਾ ਸੀ ਉੱਥੇ। ਉੱਥੇ ਸਾਡਾ ਕੈਂਪਲਾ ਦਿਆ, ਸਾਨੂੰ ਕੀ ਦਿਆ ਖਾਣ ਨੂੰ? ਛੋਲਿਆਂ ਦੀ ਲੱਪ ਲੱਪ ਭੀਜੇ। ਅਗਲੀ ਰਾਤ ਜਿਸ ਵੇਲੇ ਆਈ ਨਾ, ਇੱਕ ਹੜਾਣਾ ਪਿੰਡ ਸੀ ਕੋਲ, ਉਹ ਦਰਿਆ ਤੋਂ ਪਾਰ, ਉਹਨਾਂ ਨੂੰ ਲਿਆਏ, ਇਕੱਠਿਆਂ ਕਰ ਲਿਆ, ਬਹਾ ਦੀਏ। ਇੱਕ ਨੂੰ ਠਾਣ ਮਾਰਨ ਤਲਵਾਰ ਦਰਿਆ ਦੇ ਵਿੱਚ ਪਾਣੀ। ਹਾਂ, ਮੁਸਲਮਾਨਾਂ ਨੂੰ। ਜੱਟਾਂ ਦਾ ਪਿੰਡ ਸੀ ਹੜਾਣਾ, ਉਹਨੂੰ ਬਸ ਰੋੜ ਦੇਣ। ਉੱਥੇ 3 ਮਹੀਨੇ ਅਸੀਂ ਗੁਜ਼ਾਰੇ ਉਸ ਦਰਿਆ ਦੇ ਕੰਢੇ ਦੇ। ਉਸ ਤੋਂ ਫਿਰ ਸਾਨੂੰ ਉਠਾ ਲਿਆ, ਉਠਾ ਕੇ ਭੁਰ ਰੇਹੜੀ ਸੀ ਪਿੰਡ, ਭੁਰ ਰੇਹੜੀ। ਉੱਥੇ ਮਹਾਰਾਜ ਦੀ ਕੋਠੀ ਸੀ, ਸੜਕ ਪੱਕੀ ਵਿੱਚ ਆਉਂਦੀ ਸੀ, ਉਸ ਕੋਠੀ 'ਚ ਸਾਨੂੰ ਬਾਅਦ ਅਸੀਂ ਉੱਥੇ ਗੁਜ਼ਾਰੇ 3 ਮਹੀਨੇ। ਜਿਸੇ ਕੋਲ ਹੈ ਕੋਈ ਪੈਸਾ, ਆਟੇ ਬੇਸਣ ਲੈ ਕੇ ਤੇ ਰੋਟੀਆਂ ਪਕਾ ਰਹੇ ਆ, ਬਾਰਕ ਪੈਰੀ ਆ, ਪਕਾ ਰਹੇ ਆ, ਖਾ ਰਹੇ ਆ। ਆਟਾ ਲੱਭ ਗਿਆ ਤਾਂ, ਬੇਸਣ ਲੱਭ ਗਿਆ ਤਾਂ ਗੁਜ਼ਾਰਾ ਕਰਦੇ ਰਹੇ। ਫਿਰ ਸਾਡੀਆਂ ਲਾਈਨਾਂ ਲਾ ਦੀਆਂ, ਦਰਜੇ ਪਰ ਦਰਜੇ, ਬੱਚੇ ਲੈ ਦੇ, ਬੁੱਢੇ ਲੈ ਦੇ, ਜਵਾਨ ਲੈ ਦੇ। ਉਹ ਇਸ ਤਰ੍ਹਾਂ ਲਾ ਦੀਆਂ ਪਾਲਾਂ ਕਿ ਜਿਵੇਂ ਸਾਨੂੰ रोटी खिलानी है ब्याह दी। जनाब जी, जिस पुल का वो बुजुर्गवार जिक्र कर रहे हैं कि यहाँ पर बिठा के एक एक करके चुन चुन के मारा था और लाशें इधर गिरा दी थी, ये वो पुल है जहाँ पे मैं और सोहन साहब चल रहे हैं। सोहन साहब ये आ गई था। हाँ जी, हाँ जी, जदों जिक्र कर रहे हैं एक तरह डैम है, ਇੱਥੇ ਫੱਟੇ ਲਗਾ ਕੇ ਪਾਣੀ ਰੁਕਦੇ ਸੀਗੇ। अच्छा, ਤੇ ਇਧਰੋਂ ਪਾਣੀ ਆ ਰਿਹਾ ਤੇ ਇਧਰ ਨੂੰ ਜਾ ਰਿਹਾ। ठीक है, ਤੇ ਉਹ ਸੀਗਾ ਮੇਨ ਕਿਨਾਰਾ, ਉਹ ਬਚਿਆ ਆ ਕੁਛ ਜੀ। ठीक है, अगे आओ ज़रा। ਹਾਂ, ਇਹ ਪੁਲ ਫਿਰ ਜਦੋਂ ਲੋਕਾਂ ਨੇ ਤੋੜਤਾ ਸੀਗਾ ਬਾਅਦ ਚ। अच्छा, घग्गर है। ਹਾਂਜੀ, ਘੱਗਰ ਦਰਿਆ। लो जी, ये है वो पुल। अच्छा, ये पुल बाकी जड़ा सीगा उस पासे ਆ ਉਸ ਪਾਸੇ ਚਲਾ ਗਿਆ ਨਾ, ਜਾਂ ਤੋੜਤਾ। ਆ ਦੇਖੋ ਸਾਰਾ ਤੋੜਿਆ, ਅੱਗੇ ਕੱਟ ਲੱਗ ਗਿਆ। ਫਿਰ ਦਰਿਆ ਇੱਥੇ ਚੱਲਦਾ ਸੀ, ਹੁਣ ਉਹ ਦਰਿਆ ਉਧਰ ਪਾਸੇ ਚਲਾ ਗਿਆ ਨਾ, ਨੀਚੇ ਚਲਾ ਗਿਆ। ਆ ਤੋੜਨ ਕਰਕੇ ਨਾ ਪਾਣੀ ਤਾਂ ਇੱਥੋਂ ਕ੍ਰੋਸ ਕਰ ਰਹੇ ਨੇ ਇਹਦੇ ਉੱਪਰੋਂ। ਆ ਦੇਖੋ ਨਾ, ਝਾਲ ਦੇ ਉੱਪਰੋਂ ਆਇਆ ਪਾਣੀ ਜਾ ਰਿਹਾ ਸੀਗਾ। ਹੁਣ ਉਹ ਕਿੰਨਾ ਡੂੰਘਾ ਚਲਾ ਗਿਆ ਥੱਲੇ। ਇੱਧਰ ਪਾਣੀ ਰੁਕ ਜਾਂਦਾ ਸੀਗਾ, ਇੱਧਰ ਪਾਣੀ ਝਾਲ ਸੀਗੀ ਦੂਸਰੇ ਪਾਸੇ। ਯਾਨੀ ਕਿ ਇੱਥੇ ਜਿੱਥੇ ਆਪਾਂ ਖੜੇ ਆ, ਇੱਥੇ ਆਪਾਂ ਖੜੇ ਆ ਤਾਂ ਇਹ ਗਏ ਹਾਂਜੀ, ਉੱਥੇ ਜਾ ਕੇ ਸੀਗਾ। ਉਹ ਖੰਭਾ। ਅੱਛਾ, ਤੇ ਇਹ ਜਿਹੜਾ ਇੱਕ ਤਰ੍ਹਾਂ ਦਾ ਬ੍ਰਿਜ ਬਣਾਇਆ ਹੋਇਆ ਇਹਨਾਂ ਨੇ, ਇਹ ਸਾਰਾ ਪੋਰਸ਼ਨ ਟੁੱਟ ਗਿਆ, ਤੋੜ ਦਿੱਤਾ ਗਿਆ। ਠੀਕ ਹੈ, ਓਕੇ। ਫਲੱਡ ਆ ਰਹੇ ਸੀ ਨਾ ਪਿਛਲੇ ਦਿਨਾਂ ਤੇ ਇਹ ਜਿਹੜੀ ਟੁੱਟੀ ਹੋਈ ਥਾਂ ਖੜੀ ਹੈ, ਇਹ ਦਰਿਆ ਸੀਗਾ ਮੇਨ, ਇੱਥੋਂ ਚੱਲ ਰਿਹਾ ਸੀਗਾ ਨਾ ਇਹ ਕਰਕੇ। ਠੀਕ ਹੈ, ਇੱਕ ਕਿਨਾਰਾ ਇਹ ਸੀਗਾ, ਇੱਕ ਕਿਨਾਰਾ ਉਹ ਦੇਖੋ ਦੀਵਾਰ, ਉਹ ਲੇਡੀਜ਼ ਦੇ ਪੱਲੇ ਪਾਸੇ। ਅੱਛਾ, ਹਾਂ, ਉਹ ਪੁਰਾਣੀ ਇੱਟ ਲੱਗੀ। ਠੀਕ ਹੈ, ਦੋ ਕਿਨਾਰੇ ਸੀਗੇ। ਆ ਗਾਰਡਰ ਦਿਖਾ ਦਿਓ। ਇੱਥੇ ਫੱਟੇ ਲੱਗਦੇ ਸੀਗੇ, ਪਾਣੀ ਪਿੱਛੇ ਰੋਕ ਲੈਂਦੇ ਸੀ ਇਹਦੇ। ਅੱਛਾ, ਪਾਣੀ ਪਿੱਛੇ ਰੁਕਦਾ ਸੀ ਤਾਂ ਇਹਨੂੰ ਤੋੜਿਆਗਾ, ਪਿੱਛੇ ਝੀਲ ਬਣ ਜਾਂਦੀ ਸੀ। ਅੱਛਾ, ਤੇ ਪਿਛਲੇ ਪਿੰਡਾਂ 'ਚ ਫਲੱਡ ਆ ਜਾਂਦਾ ਸੀਗਾ। जनाब जी, ये देवीगढ़, कड़ाम और पटियाला के बीच में वही देवीगढ़ जहाँ पर मुसलमानों को सिखों ने मारा था। ये मेरे लिए एक पहली ऐसी दास्तां है जिसमें ये सब चीज़ें इस तरह से हुई थी जिसका मुझे अंदाज़ा नहीं था। और वो कत्लेआम जो हुआ था वो इसी एरिए में हुआ था। और मैंने वो जब चीज़ें सोहन साहब से डिस्कस की तो उन्होंने मुझे वो सब चीज़ें दिखाई, और दिखाने के बाद उन्होंने मुझे कहा कि केशव, हम लोग उन चीज़ों को दोबारा से देखेंगे कैमरे के पॉइंट ऑफ व्यू से। और हमने उस कहानी में जो समझा वो ये भी था कि हाँ, यहाँ का एक जेलदार था जो बहुत पढ़ा लिखा था, और उसने पहले ही इस बात का अंदाज़ा लगा लिया था कि 47 में हमें यहाँ से जाना होगा। और ये वाला जो वीडियो है जो उधर से आया था, सरहद पार से, उस वीडियो की मैं बात कर रहा हूँ, जिसमें पीर बिकम शाह के बारे में बात हुई, देवीगढ़ के बारे में बात हुई, कड़ाम के बारे में बात हुई, और जिन जगहों का जिक्र किया गया वो रास्ते, वो जगहें यही हैं। यहाँ के भी वो फुट स्टेप्स जहाँ पर वो लोग 3 महीने रहे, ये उस टाइम पे एक सरकारी क्वार्टर था। और अब तो खैर ये खंडर में तब्दील हो चुका है। और उन्होंने बताया था कि हाँ जी, हमें
सिखों ने मारा था और चुन चुन के मारा था। और जिस तरह से वो जो कत्लेआम हुआ था ना, वो सुनकर एक सिरहन सी दौड़ जाती है हमेशा की तरह। ये उसी चारदीवारी के इर्द गिर्द मैं घूम रहा हूँ। ये सरकारी क्वार्टर्स थे और उन क्वार्टर्स के पास में ही घग्गर नहर है। घग्गर नहर का वो ट्रैक जिसका मैं जिक्र ऑलरेडी कर चुका हूँ, वहाँ वो ट्रैक पर जब मैं चल रहा था तो वाकई में उस दौर को याद करना हमेशा की तरह नाकाबिले बर्दाश्त होता है। और मेरे सामने अभी एक कुआं है जिसका मुझे अंदाज़ा नहीं था, चलते चलते सामने से दिखाई दिया है। ये ज़मीन से बहुत नीचे तक है। ये वाला कुआं मैं जिसकी बात कर रहा हूँ, नज़दीक चल के दिखाता हूँ। और यहाँ पर भी कुछ लोग ज़रूर मरे होंगे, मारे गए होंगे, और जिस नदी में फेंका गया था वो तो है ही है। तो ये इसके अंदर अब बड़ का वो एक वृक्ष खड़ा है। पीछे अभी भी घग्गर के अवशेष हैं। घग्गर पूरी तरह से लुप्त हो चुकी है, गंदा नाला बन चुका है। पटियाला के पास आता है ये वाला एरिया। मैं उसके अंदर बहुत सारी बातें हैं जो मुझे बताने का दिल कर रहा है कि मैं आपको वो बताऊं कि हाँ आखिरकार हुआ तो हुआ क्या था। उसी में से ये वाला गांव जिसके अंदर ये बताते हैं कि सिखों ने हमला किया था और इसके अंदर जो कमो बिरादरी थी और चमार लोग थे, लेकिन ये जो सिख थे ये बाहर से आए थे क्योंकि इस गांव के अंदर सिख नहीं थे, और बाकी सब मुसलमान थे, लोहार थे। और मीरा साहब का जो दरबार है उसके पास 47 से जस्ट पहले ही स्कूल बना था। अब्दुल रहमान यहाँ का जेलदार था। पीर साहब के दरगाह के पास ही इनका घर था जिस बुजुर्ग का हमने वीडियो देखा है। और गांव बड़ा था लेकिन आबादी बहुत कम थी। मैं बात कर रहा हूँ कड़ाम की, और जो कत्लेआम हुआ था वो इस जगह पर हुआ था जिस पर मैं चल रहा हूँ। और वहाँ पे एक बारादरी भी बनी हुई थी, बस्ती को कोटला बोलते थे। और मैंने कुछ पॉइंट्स नोट किए थे, उन्हीं की हवाले से मैं बात कर रहा हूँ। अब्दुल रहमान ने अखबार पढ़ते हुए अपनी माँ को बताया था कि हमें जाना पड़ेगा, और इस गांव पर सिखों ने बेतहाशा हमला किया था। महाराजा पटियाला की माँ ने लाख चेताया था कि मुसलमानों को परेशान मत करना वरना तुम्हारे साथ बहुत बुरा होगा, और वो बहुत बुरा हुआ। और इतना बुरा कि आखिरकार 47 में सब ने दुश्मनी, आज भी वो लोग, इस गांव के लोग सिखों के साथ हुए उस कत्लेआम को याद जब करते हैं तो उन्हें सिखों से बहुत नफरत होती है, क्योंकि इस गांव के लोगों को, जो मुसलमान राजपूत हैं, वाकई में अगर उनकी बातें सुनी जाए तो बहुत बेदर्दी से। खैर उस वक्त में तो बेदर्दी तो और प्यार मोहब्बत तो कुछ नहीं था। इनके जो नंबरदार थे उससे पूछा गया था कि बताइए प्यार मोहब्बत से जाना चाहेंगे या लड़ाई करेंगे? तो उन्होंने कहा था कि नहीं जी, हम लोग जाना ही चाहेंगे क्योंकि हम सरकार के आगे नहीं लड़ सकते। और उन्हें इंतज़ार करने के लिए कहा गया। और इस दौरान कोई CID का बंदा था, वो यहाँ की निगरानी कर रहा था और जिसे इन्होंने पकड़ लिया था और फिर पीर भीखम शाह के दरबार में लेके गए थे। कुछ बातें मैं जब कह रहा हूँ तो मुझे सोहन साहब से कही हुई वो बातें ही याद आ जाती हैं। मैं कहा जी कुछ निशानियाँ इत्थे अजे भी हैं ते घग्गर नहर दी शिनाख्त करो जनाब जी। दरिया मैं बार बार वारी नहर कहंदा पिया सी, घग्गर दरिया। ते ਇਹ ਵੀ ਉਹ ਥਾਂ ਹੈ ਉਸ ਦੌਰ ਦੀ। ਇਹ ਕੀ ਹੋਣਾ ਹੈ? ਸਰਵੈਂਟ ਇੱਥੇ ਪੂਰੀ ਬਿਲਡਿੰਗ ਸੀਗੀ ਜੋ ਘੱਗਰ ਇੱਧਰ ਆਇਆ ਨਾ। ਅੱਛਾ, ਇਹ ਸਾਰੀ ਬਿਲਡਿੰਗ ਉਹਦੇ ਜਿੰਨੀ ਬਿਲਡਿੰਗ ਸੀਗੀ ਜਿੰਨੀ ਉਹ ਬਿਲਡਿੰਗ ਹੈ। ਅੱਛਾ, ਘੱਗਰ ਦੇ ਕਿਨਾਰੇ ਸੀ ਨਾ, ਘੱਗਰ ਨੇ ਸਾਰੀ ਤੋੜਤੀ, ਇੱਧਰ ਗਿਰਤੀ। ਮੀਰਾ ਸਾਹਿਬ ਦਾ ਦਰਬਾਰ ਸੀ ਉੱਥੇ। ਦੁੱਧਣ ਪਿੰਡ, ਗੁੰਮਸਲਾ ਪਿੰਡ, ਕਿਸ਼ਨਪੁਰ ਪਿੰਡ, ਜੁਲਕਾ ਤੇ ਭੂਸਲਾ। ਪਤਾ ਇਸ ਤਰ੍ਹਾਂ ਲੱਗਿਆ ਜਿਹੜਾ ਉਹ ਸਫੈਦ ਪੋਸ਼ ਸੀ ਨਾ, ਇਹਨੇ ਬੈਠਕ ਬਣਾਈ ਆਪਣੀ, ਅਖਬਾਰ ਪੜ੍ਹ ਰਿਹਾ। ਮਾਂ ਆ ਗਈ ਉਹਦੇ ਉੱਤੇ। ਮਾਂ ਨੇ ਪੁੱਛਿਆ ਕੀ ਗੱਲ ਬੱਚਿਆ? ਆਖਿਆ ਅੱਬਾ ਅਸਾਂ ਰਹਿਣਾ ਨਹੀਂ ਇੱਥੇ, ਅਸਾਂ ਟੁਰ ਜਾਣਾ ਇੱਥੇ। 4 ਬੰਦੇ ਜਦੋਂ ਸਾਡੇ ਤੇ ਚੜ੍ਹਾਈ ਹੋ ਗਈ ਨਾ, ਧੰਦੀਆਂ ਪਿੰਡ ਸੀ ਅੰਗਰੇਜ਼ੀ 'ਚ, ਉਹ ਗਾਇਆ ਸ਼ਾਇਆ ਖਾਂਦੇ ਸੀ। ਫਿਰ ਸਿੱਖਾਂ ਨੇ ਕੀ ਉਹ ਜਥੇ ਬਣ ਗਏ ਸਨ, ਉਹ ਸਿੱਖ ਉਹਨਾਂ ਨੂੰ ਪੈ ਗਏ। ਉੱਥੇ ਕੋਈ ਮਾਰ ਕੁੱਟ ਹੋਈ ਆ, ਗੋਲੀ ਛੋੜੀ ਚੱਲੀ ਆ, ਪਰ ਮੁਸਲਮਾਨਾਂ ਦਾ ਵਾਲ ਨਹੀਂ ਵਿੰਗਾ ਹੋਇਆ, ਸਿੱਖ ਨੱਸ ਗਏ। ਅਗਲੇ ਡੰਗ ਉਹ ਆਏ ਤੇ ਪਿੰਡ ਖਾਲੀ। ਉਹ ਫਿਰ ਜਿਹੜੀ ਮਿਲਟਰੀ ਸੀ ਉਹ ਗਈ ਮਸਿੰਗੜ ਤੇ, ਪਿੰਡ ਮਸਿੰਗੜ ਸੀ, ਉੱਥੇ ਗਈ ਤੇ ਉੱਥੇ ਫਿਰ ਜੰਗ ਹੋਈ ਉਹਨਾਂ ਦੀ ਚੰਗੀ। ਮੁਸਲਮਾਨ ਵੀ ਮਰੇ ਤੇ
ਫੌਜ ਵੀ ਵਿੱਚੇ ਬਰੀ, ਪਬਲਿਕ ਵੀ ਵਿੱਚੇ ਬਰੀ। ਅੱਛਾ ਉਹਨਾਂ ਨੇ ਡਾਇਰੈਕਟ ਕਾਲ ਦਿੱਤੀ। ਹਾਂ ਲੁੱਟਮਾਰ ਵਾਲੇ ਉਹ ਵੀ ਵਿੱਚੇ। ਸੁਬਾਹ ਤੇ ਗੋਲੀ ਚੱਲੀ ਆ ਅਸਰੇਲੇ ਤਈ, ਅਗਲੇ ਡੰਗ ਫਿਰ ਅਸਲੇ ਦੇ ਟਰੱਕ ਭਰੇ, ਵਿੱਚ ਗ੍ਰਨੇਡ ਰੱਖੇ। ਮਹਾਰਾਜ ਪਟਿਆਲਾ ਦਾ ਜਿਹੜਾ ਇਹਨੇ ਕੱਲੀ ਜੀ, ਇਹਦੀ ਬਾਬਾ ਨੇ ਆਖਿਆ ਸੀ ਵੀ ਤੂੰ ਮੁਸਲਮਾਨਾਂ ਨਾਲ ਨਾ ਵਿਗੜੀ। ਉਹਨੇ ਪੰਗਾ ਲੈ ਲਿਆ। ਫਿਰ ਆਖੇ ਤੇਰੀ ਹਕੂਮਤ ਨਹੀਂ ਰਹਿਣੀ, ਤੂੰ ਨਾ ਇਹਨਾਂ ਨੂੰ ਛੇੜੀ, ਤੂੰ ਆਪਣਾ ਆਰਾਮ ਨਾਲ ਬਾਹੋ। ਨਹੀਂ ਬੈਠਿਆ ਗਿਆ, ਸਿੱਖ ਸੀ। ਤੇ ਫਿਰ ਉਹ ਜਿਹੜਾ ਟਰੱਕ ਅਸਲੇ ਦੇ, ਫੌਜ ਵੀ ਆਈ, ਹੋਰ ਉਹ ਆਏ ਵਸਿੰਗੜ ਦੇ। ਵਸਿੰਗੜ ਵੀ ਪਿੰਡ ਖਾਲੀ ਹੋ ਗਿਆ। ਉਹਦੇ ਆਖਿਆ ਕਿ ਤੁਸੀਂ ਆਰਾਮ ਨਾਲ ਪਾਕਿਸਤਾਨ ਜਾਣਾ ਚਾਹੁੰਦੇ ਆ ਜਾਂ ਲੜਾਈ ਕਰਨੀ ਆ? ਆਖੇ ਅਸੀਂ ਸਰਕਾਰ ਨਾਲ ਕਿੰਨਾ ਚਿਰ ਲੜਾਂਗੇ, 6 ਮਹੀਨੇ ਲੜਾਂਗੇ, ਸਾਲ ਲੜਾਂਗੇ, 2 ਸਾਲ ਲੜਾਂਗੇ, ਆਖਰ ਅਸਾਂ ਹਰਨਾ ਹੀ ਹਰਨਾ, ਅਸੀਂ ਆਰਾਮ ਨਾਲ ਜਾਣਾ ਚਾਹੁੰਦੇ ਆ। ਉਹਨਾਂ ਗੱਲ ਕੀਤੀ, ਆਖੇ ਇੱਥੇ ਆ ਜਾਓ ਮੇਰੇ ਕੋਲ, ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ। ਮੇਰਾ ਸਾਹਿਬ ਦੇ ਦਰਬਾਰ ਸੀ, ਸਾਰੀ ਪਬਲਿਕ ਛੋਟੇ ਪਹਿਲਾਂ CID ਲਈ ਗਈ ਸੀ। ਦੇਗਾ ਅੱਲਾ ਵਾਸਤੇ ਲਾ ਰਹੇ ਆ, ਚਾਵਲ ਖਾ ਰਹੇ ਆ। ਉਹ ਜਿਹੜਾ CID ਵਾਲਾ ਉਹ ਸਾਰੇ ਮੋਰਚੇ ਵੇਖ ਰਿਹਾ, ਉਹਨੇ ਭਗਵਾਂ ਬਾਣਾ ਪਾਇਆ ਫਕੀਰੀ ਵੀ ਮੇਰਾ ਭੇਤ ਨਾ ਆਵੇ। तो ये था वो वीडियो जो उधर से आए वीडियो का जवाब था, मेरे लिए नहीं आया था। और सोहन साहब ने कहा था कि केशव वो मेरे गांव का इलाका है, मुझे उस पर ज़रूर बात करनी है। तब हम लोगों ने इस वीडियो को बनाया था। और इतिहास से भरी हुई कहानी आप जानते ही हैं हमारे आसपास कितनी है। शुक्रिया। Gabana